ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਖਬਰ ਦੇ ਵੱਲ ਕਰਾਂਗੇ। ਕਿਸਾਨੀ ਅੰਦੋਲਨ ਦੇ ਵਿੱਚ ਅੱਜ ਵੱਡਾ ਦਿਨ ਸੀ। ਇਤਿਹਾਸਕ ਫੈਸਲਿਆਂ ਦੇ ਵੱਲ ਸੁਪਰੀਮ ਕੋਰਟ ਵਧ ਰਹੀ ਹੈ। ਦੇਸ਼ ਦੀ ਸਰਵਉੱਚ ਅਦਾਲਤ ਦੇ ਵੱਲੋਂ ਕੁਝ ਅਜਿਹੇ ਫੈਸਲਿਆਂ ਦੇ ਵੱਲ ਸੰਕੇਤ ਦਿੱਤਾ ਗਿਆ ਹੈ, ਜੇਕਰ ਉਹ ਫੈਸਲੇ ਹੁੰਦੇ ਨੇ ਤਾਂ ਸੁਪਰੀਮ ਕੋਰਟ ਦੇ ਇਹਨਾਂ ਫੈਸਲਿਆਂ ਦੇ ਉੱਤੇ ਕਿਸਾਨਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਇਸ ਦੇ ਉੱਤੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਦੇ ਵੱਲੋਂ ਸੀਨੀਅਰ ਵਕੀਲ HS ਫੂਲਕਾ ਦੇ ਨਾਲ ਗੱਲਬਾਤ ਕੀਤੀ ਗਈ ਹੈ। ਉਹ ਗੱਲਬਾਤ ਵੀ ਸੁਣਾਵਾਂਗੇ। ਤੇ ਜੋ ਅੱਜ ਦੇ ਸੰਕੇਤ ਸੁਪਰੀਮ ਕੋਰਟ ਦੇ ਵਿੱਚੋਂ ਆਏ ਨੇ ਕਿ ਇਹਨਾਂ ਕਾਨੂੰਨਾਂ ਦੇ ਉੱਤੇ ਰੋਕ ਲਗਾਈ ਜਾ ਸਕਦੀ ਹੈ ਸੁਪਰੀਮ ਕੋਰਟ ਦੇ ਵੱਲੋਂ। ਸੁਪਰੀਮ ਕੋਰਟ ਦੇ ਇਹਨਾਂ ਸ਼ਬਦਾਂ ਤੋਂ ਬਾਅਦ ਹਲਚਲ ਹੈ ਸਿਆਸਤ ਦੇ ਵਿੱਚ ਵੀ ਕਿ ਜੇਕਰ ਸਿਆਸਤ ਦੇ ਵਿੱਚ ਅਜਿਹਾ ਕੁਝ ਹੁੰਦਾ ਹੈ ਤਾਂ ਵੱਡੀ ਕੇਂਦਰੀ ਸਿਆਸਤ ਦੇ ਵਿੱਚ ਵੀ ਹਲਚਲ ਮਚੇਗੀ। ਸੋ ਪਹਿਲਾਂ ਗੱਲਬਾਤ ਸੁਣਾਉਂਦੇ ਹਾਂ ਸੁਰਿੰਦਰ ਡੱਲਾ ਹੋਣਾ ਦੀ ਸੀਨੀਅਰ ਵਕੀਲ HS ਫੂਲਕਾ ਹੋਣਾ ਦੇ ਨਾਲ। 70 ਕਰੋੜ ਦੇਸ਼ ਦੇ ਲੋਕ खेती ਤੇ ਨਿਰਭਰ ਆ, ਤਾਂ ਇਹ ਜਿਹੜੀ ਜਥੇਬੰਦੀਆਂ ਨੇ ਤਾਂ ਨੁਮਾਇੰਦਗੀ ਕਰਦੀਆਂ ਨਾ। ਇਹ ਕੋਈ 70 ਕਰੋੜ ਦੇ 70 ਕਰੋੜ ਨੂੰ ਥੋੜ੍ਹਾ ਹੁੰਦੀਆਂ, ਉਹਨੇ ਨੁਮਾਇੰਦਗੀ ਕਰਦੀਆਂ। ਤਾਂ ਇਸ ਕਰਕੇ ਇਹ ਗੱਲ ਬੜੀ ਕਲੀਅਰਲੀ ਕਹੀ ਕਿ ਅਸੀਂ ਕਮੇਟੀ ਦੇ ਵਿੱਚ ਬਈ ਕਿਸਾਨ ਜਥੇਬੰਦੀਆਂ ਦਾ ਕੀ ਕਮੇਟੀ ਦੇ ਲਈ ਆ ਉਹ ਅਸੀਂ ਦੱਸਾਂਗੇ। ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਸਟੇ ਕਰਾਂਗੇ, ਸਰਕਾਰ ਨੇ ਬਹੁਤ ਜ਼ਿਆਦਾ ਮਨਾ ਕੀਤਾ ਕਿ ਤੁਸੀਂ ਸਟੇ ਨਾ ਕਰੋ। ਜੇ ਤੁਸੀਂ ਸਟੇ ਕਰਨੀ ਆ ਤਾਂ ਇਹਨਾਂ ਨੂੰ ਕਹੋ ਪਹਿਲਾਂ ਉੱਥੋਂ ਉੱਠਣ। ਚੀਫ ਜਸਟਿਸ ਨੇ ਕਿਹਾ ਕਿ ਬਿਲਕੁਲ ਅਸੀਂ ਕੋਈ ਕਾਨੂੰਨ ਨਹੀਂ ਪਾਸ ਕਰਨਾ, ਕੋਈ ਆਰਡਰ ਨਹੀਂ ਪਾਸ ਕਰਨਾ ਕਿ ਉੱਥੋਂ ਉੱਠਣ। ਇਹ ਉੱਥੇ ਬੈਠੇ ਆ ਪ੍ਰੋਟੈਸਟ ਵੀ ਹਾਂ ਅਸੀਂ ਇਹਨਾਂ ਨੂੰ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਤੁਸੀਂ ਦੂਜੀ ਜਗ੍ਹਾ 'ਤੇ ਆ ਜਾਓ। ਅਤੇ ਉਦੋਂ ਅਸੀਂ ਕਿਹਾ ਕਿ ਇਸ ਤਾਂ ਰਾਮਲੀਲਾ ਗਰਾਊਂਡ ਦੇ ਦਿਓ, ਅਸੀਂ ਆਵਾਂਗੇ। ਆਹੀ ਰਾਮਲੀਲਾ ਗਰਾਊਂਡ ਰਹੇ ਸੀ। ਕਿਸਾਨ ਸਹਿਮਤੀ ਦਿੰਦੇ ਨੇ ਜੇ ਸੁਪਰੀਮ ਕੋਰਟ ਰਾਮਲੀਲਾ? ਇਹ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿਸਾਨਾਂ ਨੂੰ, ਉਹਨਾਂ ਨੇ ਕਿਹਾ ਜੀ ਇਸ ਤਾਂ ਆਹੀ ਰਾਮਲੀਲਾ ਗਰਾਊਂਡ ਰਹੇ ਸੀ, ਇਹਨਾਂ ਨੇ ਰੋਕਿਆ ਸਾਨੂੰ। ਦਿਓ ਸਾਨੂੰ ਰਾਮਲੀਲਾ ਗਰਾਊਂਡ, ਅਸੀਂ ਆਉਂਦੇ ਹਾਂ ਜੀ, ਅਸੀਂ ਆਉਂਦੇ ਹਾਂ ਰਾਮਲੀਲਾ ਗਰਾਊਂਡ। ਉਸ ਗੱਲ ਦੇ ਉੱਤੇ ਵੈਸੇ ਆਹੀ ਰਾਮਲੀਲਾ ਗਰਾਊਂਡ ਰਹੇ ਸੀ। ਸੜਕ 'ਤੇ ਤਾਂ ਸਰਕਾਰ ਨੇ ਰੋਕਿਆ ਨਾ, ਅਸੀਂ ਥੋੜ੍ਹਾ ਸੜਕ 'ਤੇ ਬੈਠੇ ਹਾਂ। ਇੱਕ ਗੱਲ ਵੀ ਚੱਲੀ, ਸੁਪਰੀਮ ਕੋਰਟ ਨੇ ਇੱਕ ਵਿਊ ਪੁਆਇੰਟ ਦਿੱਤਾ ਕਿ ਅਸੀਂ ਸਟੇ ਕਰ ਸਕਦੇ ਹਾਂ, ਇਹਨਾਂ ਐਗਜ਼ੀਕਿਊਸ਼ਨ ਨੂੰ ਸਟੇ ਕਰ ਸਕਦੇ ਹਾਂ। ਉਹਨਾਂ ਨੇ ਸਕਦੇ ਨਹੀਂ, ਉਹ ਤਾਂ ਉਹਨਾਂ ਨੇ ਕਹਿਤਾ ਅਸੀਂ ਕਰ ਰਹੇ ਹਾਂ। ਉਹ ਤਾਂ ਉਹਨਾਂ ਨੇ ਕਹਿਤਾ ਹੁਣ ਬਾਕੀ ਆਰਡਰ ਆਉਂਦਾ, ਪਰ ਉਹਨਾਂ ਨੇ ਕਲੀਅਰ ਕਰਤੀਆਂ ਕਿ ਸਟੇ ਤਾਂ ਅਸੀਂ ਕਰ ਰਹੇ ਹਾਂ। ਦੂਜੀ ਗੱਲ, ਅਸੀਂ ਕੋਈ ਆਰਡਰ ਨਹੀਂ ਪਾਸ ਕਰ ਰਹੇ ਕਿ ਇੱਥੋਂ ਜਿਹੜਾ ਇਹ ਪ੍ਰੋਟੈਸਟ ਉੱਠੇ, ਧਰਨਾ ਉੱਠੇ। ਦੂਸਰੀ ਗੱਲ ਇੱਕ ਹੋਰ ਜੇ ਚੀਫ ਜਸਟਿਸ ਨੇ ਕਹੀ, ਉਸਨੇ ਕਿਹਾ ਜੀ ਇੱਥੇ ਜਿਹੜੇ ਬਜ਼ੁਰਗ ਅਤੇ ਬੱਚੇ ਆ ਵੀ ਉਹਨਾਂ ਨੂੰ ਵੀ ਹਾਲਤ ਠੀਕ ਨਹੀਂ, ਉਹਨਾਂ ਨੂੰ ਵਾਪਸ ਭੇਜ ਦਿਓ। ਤਾਂ ਉਦੋਂ ਮੈਂ ਕਿਹਾ ਜੀ ਮੇਰੇ ਪਿੰਡੋਂ ਆਸੇ ਪਾਸੇ 40 ਟਰਾਲੀਆਂ ਆਈਆਂ ਬੈਠੀਆਂ ਅਤੇ ਉਹ ਬਜ਼ੁਰਗ ਬੱਚੇ ਖੁਦ ਹੀ ਵਾਪਸ ਜਾਣ ਨੂੰ ਤਿਆਰ ਨਹੀਂ। ਤਾਂ ਚੀਫ ਜਸਟਿਸ ਨੇ ਕਿਹਾ ਕਿ ਮੇਰੇ ਵੱਲੋਂ ਤੁਸੀਂ ਸੁਨੇਹਾ ਲੈ ਕੇ ਜਾਓ। ਤੁਸੀਂ 4 ਵਕੀਲ ਪੇਸ਼ ਹੋ ਰਹੇ ਹੋ, ਚਾਰੋਂ ਵਕੀਲ ਤੁਸੀਂ ਮੇਰੇ ਵੱਲੋਂ ਸੁਨੇਹਾ ਲੈ ਕੇ ਜਾਓ ਕਿ ਮੈਂ ਇਹ ਗੱਲ ਕਹੀ ਆ, ਉਹਨਾਂ ਨੂੰ ਬੇਨਤੀ ਕੀਤੀ ਆ ਕਿ ਵੀ ਤੁਸੀਂ ਬਜ਼ੁਰਗ ਅਤੇ ਬੱਚੇ ਘਰਾਂ 'ਚ ਵਾਪਸ ਚਲੇ ਜਾਓ। ਦੂਜੇ ਜਿਹੜੇ ਨੌਜਵਾਨ ਉਹ ਬੈਠੇ ਨੇ ਧਰਨੇ 'ਤੇ, ਅਤੇ ਇਹ ਵੀ ਗੱਲ ਉਹ ਮਤਲਬ ਕਿ ਕਹਿਣਗੇ। ਖੁਦ ਅੱਜ ਦਾ ਦਿਨ ਸਿਆਸਤ ਦੇ ਲਈ ਵੀ ਅਹਿਮ ਰਿਹਾ ਹੈ ਕਿਉਂਕਿ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਵਿਧਾਇਕਾਂ ਦੇ ਅਸਤੀਫਿਆਂ ਦੀ ਸ਼ੁਰੂਆਤ ਹਰਿਆਣੇ ਦੇ ਵਿੱਚੋਂ ਹੋ ਚੁੱਕੀ ਹੈ। ਅਭੈ ਚੌਟਾਲਾ ਦੇ ਵੱਲੋਂ, ਜੋ ਕਿ ਅਨੈਲੋ ਦੇ ਵੱਡੇ ਆਗੂ ਨੇ, ਅਨੈਲੋ ਪਾਰਟੀ ਦੇ, ਉਹਨਾਂ ਦੇ ਵੱਲੋਂ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਗਈ ਹੈ। ਉਹਨਾਂ ਨੇ ਆਪਣਾ ਅਸਤੀਫਾ ਵਿਧਾਨ ਸਭਾ ਸਪੀਕਰ ਨੂੰ ਸੌਂਪਿਆ ਹਰਿਆਣੇ ਦੇ ਵਿੱਚ, ਤੇ ਉਹਨਾਂ ਕਿਹਾ ਹੈ ਕਿ ਜੇਕਰ 26 ਜਨਵਰੀ ਤੱਕ ਕਿਸੇ ਤਰ੍ਹਾਂ ਦਾ ਵੀ ਫੈਸਲਾ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਆਉਂਦਾ ਤਾਂ ਮੇਰਾ ਅਸਤੀਫਾ 27 ਜਨਵਰੀ ਨੂੰ ਮਨਜ਼ੂਰ ਕਰ ਲਿਆ ਜਾਵੇ। ਕੁਝ ਅਜਿਹੀਆਂ ਸ਼ਰਤਾਂ ਦੇ ਨਾਲ ਉਹਨਾਂ ਨੇ ਆਪਣਾ ਅਸਤੀਫਾ ਸੌਂਪਿਆ। ਸੋ ਹਰਿਆਣੇ ਦੇ ਵਿੱਚ ਜੇਕਰ ਇਹ ਅਸਤੀਫਾ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਵੱਡੀ ਸਿਆਸੀ ਹਲਚਲ ਹੋਵੇਗੀ, ਕਿਉਂਕਿ ਹਰਿਆਣੇ ਦੇ ਡਿਪਟੀ CM ਦੁਸ਼ਯੰਤ ਚੌਟਾਲਾ ਦੇ ਚਾਚਾ ਮੰਨੇ ਜਾਂਦੇ ਨੇ ਅਭੈ ਚੌਟਾਲਾ। ਜੇਕਰ ਉਹ ਸਿਆਸਤ ਦੇ ਵਿੱਚੋਂ ਐਡਾ ਵੱਡਾ ਫੈਸਲਾ ਲੈਂਦੇ ਨੇ ਤਾਂ ਕਿਤੇ ਨਾ ਕਿਤੇ ਦੁਸ਼ਯੰਤ ਚੌਟਾਲੇ ਦੀ ਸਿਆਸਤ ਦੇ ਉੱਤੇ ਵੀ ਵੱਡਾ ਸਿਆਸੀ ਘਮਾਸਾਨ ਪੈਦਾ ਹੋ ਸਕਦਾ। ਇਸ ਦੇ ਉੱਤੇ ਸਿੱਧਾ ਚੱਲਦੇ ਹਾਂ ਸੀਨੀਅਰ ਪੱਤਰਕਾਰ ਸ਼ਰਦ ਵਰਮਾ ਹੋਣਾ ਦੇ ਕੋਲ। ਐਕਸਪਰਟ ਰਾਏ ਲਵਾਂਗੇ ਇਸ ਦੇ ਉੱਤੇ ਕਿ ਆਖਿਰਕਾਰ ਜੇਕਰ ਅਜਿਹਾ ਕੁਝ ਹੁੰਦਾ ਤਾਂ ਸਿਆਸਤ ਕਿਹੋ ਜਿਹੀ ਹਲਚਲ ਆਉਣ ਵਾਲੇ ਦਿਨਾਂ ਦੇ ਵਿੱਚ ਮਹਿਸੂਸ ਕੀਤੀ ਜਾਵੇਗੀ। ਸ਼ਰਦ ਜੀ, ਕਿਸ ਤਰ੍ਹਾਂ ਵੇਖ ਰਹੇ ਹੋ ਜੋ ਲਗਾਤਾਰ ਹਰਿਆਣੇ ਦੇ ਵਿੱਚੋਂ ਖਬਰਾਂ ਨੇ? ਪਹਿਲਾਂ ਵਿਰੋਧ ਹੁੰਦਾ ਹੈ ਹਰਿਆਣੇ ਦੇ CM ਦਾ, ਉਹਨਾਂ ਦੀ ਇੱਕ ਸਭਾ ਦੇ ਦੌਰਾਨ, ਉਸ ਤੋਂ ਬਾਅਦ ਕਿਸਾਨਾਂ ਦੇ ਉੱਤੇ ਲਾਠੀਚਾਰਜ ਦੀਆਂ ਖਬਰਾਂ ਵੀ ਆਈਆਂ ਨੇ, ਤੇ ਉਸ ਤੋਂ ਬਾਅਦ ਵੱਡੀ ਖਬਰ ਕਿ ਅਸਤੀਫਾ ਦਿੰਦੇ ਨੇ ਅਭੈ ਚੌਟਾਲਾ, ਤੇ ਅਸਤੀਫਾ ਮਨਜ਼ੂਰ ਕਰਨ ਦੇ ਲਈ 26 ਜਨਵਰੀ ਤੱਕ ਦੀ ਕੰਡੀਸ਼ਨ ਹੈ ਕਿ 26 ਜਨਵਰੀ ਤੱਕ ਜੇਕਰ ਕਿਸਾਨਾਂ ਦਾ ਹੱਲ ਨਹੀਂ ਹੁੰਦਾ ਤਾਂ ਉਹ ਅਸਤੀਫਾ ਮਨਜ਼ੂਰ ਕਰ ਲਿਆ ਜਾਵੇ। ਸੋ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ ਇਹਨੂੰ? ਜੀ, ਜਿਹੜੇ ਅਭੈ ਚੌਟਾਲਾ ਹੈਗੇ ਜੀ, ਇਹ ਚੌਟਾਲਾ ਫੈਮਿਲੀ ਤੋਂ ਆਉਂਦੇ ਨੇ। ਇਹ ਚੌਧਰੀ ਦੇਵੀ ਲਾਲ ਸੀਗੇ ਜੀ, ਆਪਣੇ ਸਾਬਕਾ ਡਿਪਟੀ ਪ੍ਰਾਈਮ ਮਿਨਿਸਟਰ। ਇਸ ਚੌਟਾਲਾ ਪਰਿਵਾਰ ਦਾ ਹਰਿਆਣਾ ਦੀ ਰਾਜਨੀਤੀ ਵਿੱਚ ਉਹ ਦਰਜਾ ਹੈ ਜੋ ਬਾਦਲ ਪਰਿਵਾਰ ਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੈ।
ਪਰ ਇਹਨਾਂ ਨੇ ਜਿਹੜਾ ਆਪਣਾ ਰੈਜਿਗਨੇਸ਼ਨ ਦਿੱਤਾ ਹੈਗਾ ਜੀ, ਉਹ ਕੰਡੀਸ਼ਨਸ ਤੇ ਦਿੱਤਾ ਹੈਗਾ ਕਿ ਵੀ ਮਗਰ 26 ਜਨਵਰੀ ਤੱਕ ਕਿਸਾਨਾਂ ਦੀ ਜਿਹੜੀ ਐਜੀਟੇਸ਼ਨ ਹੈ ਉਸ ਦਾ ਕੋਈ ਹੱਲ ਨਹੀਂ ਨਿਕਲਦਾ ਕਿਸਾਨ ਪੱਖੀ, ਉਦੋਂ ਉਹਨਾਂ ਦਾ ਅਸਤੀਫਾ ਅਗਲੇ ਦਿਨ ਸਵੀਕਾਰ ਕਰ ਲਿੱਤਾ ਜਾਵੇ। ਇੱਥੇ ਮੈਂ ਕਿਸਾਨ ਆਗੂਆਂ ਦੀ ਗੱਲ ਸੁਣ ਰਿਹਾ ਸੀਗਾ ਜੀ, ਉਹ ਕਹਿ ਰਹੇ ਸੀ ਵੀ ਜੇ ਚੌਟਾਲਾ ਸਾਹਿਬ ਸਾਡੇ ਹੱਕ ਦੇ ਵਿੱਚ ਇੱਦਾਂ ਦਾ ਕੋਈ ਫੈਸਲਾ ਲੈਂਦੇ ਤਾਂ ਉਹ ਕਿਸੇ ਕੰਡੀਸ਼ਨ 'ਤੇ ਨਾ ਹੋਣ, ਉਹਨਾਂ ਦਾ ਜਿਹੜਾ ਅਸਤੀਫਾ ਹੈ ਕਿਸੇ ਸ਼ਰਤ 'ਤੇ ਆਧਾਰਿਤ ਨਾ ਹੋਵੇ, ਉਹ ਇਮੀਡੀਏਟਲੀ ਦੇਣ ਔਰ ਸਾਡੇ ਨਾਲ ਆ ਕੇ ਸਾਡੇ ਜਿਹੜੇ ਹੈਗਾ ਜੀ ਸੰਘਰਸ਼ ਉਸ ਦੇ ਵਿੱਚ ਸਾਡਾ ਸਾਥ ਦੇਣ। ਸ਼ਰਦ ਜੀ ਬਹੁਤ ਬਹੁਤ ਧੰਨਵਾਦ ਇਸ ਖਬਰ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ। ਤੇ ਅਗਲੀ ਸਿਆਸੀ ਖਬਰ ਦੇ ਵੱਲ ਵਧਾਂਗੇ। ਪੰਜਾਬ ਦੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ, ਜਿੱਥੇ ਉਹਨੇ ਇਸ ਮੌਕੇ ਦੇ ਉੱਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਦੇ ਉੱਤੇ ਵੱਡੇ ਸ਼ਬਦੀ ਵਾਰ ਕੀਤੇ ਨੇ ਤੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੇ ਲਈ ਅਪੀਲ ਵੀ ਕੀਤੀ ਹੈ ਤੇ ਸੁਪਰੀਮ ਕੋਰਟ ਨੂੰ ਵੀ ਅਪੀਲ ਕੀਤੀ ਹੈ ਕਿ ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਅੰਦੋਲਨ ਦਾ ਜਲਦ ਤੋਂ ਜਲਦ ਹੱਲ ਖੁਦ ਦੇਸ਼ ਦੀ ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ ਕਰਵਾਇਆ ਜਾਵੇ। ਬਿਲਕੁਲ ਕਲੀਅਰ ਹੈ ਕਿ ਕੇਂਦਰ ਸਰਕਾਰ ਨੇ ਇਹਦਾ ਸਿੱਟਾ ਕੱਢਣ ਦਾ ਕੋਈ ਇਰਾਦਾ ਹੀ ਨਹੀਂ ਸੀ। ਜੇ ਕੋਈ ਇਰਾਦਾ ਹੁੰਦਾ ਤਾਂ ਫਿਰ 3 ਜੂਨ ਤੋਂ ਲਗਾਤਾਰ ਜਦ ਮੈਂ ਮੁੱਦਾ ਚੱਕਦੀ ਰਹੀ, ਆਹੀ ਬੇਨਤੀ ਕਰਦੀ ਰਹੀ ਕਿ ਗੱਲਬਾਤ ਕਰ ਲਓ, ਸ਼ੰਕੇ ਦੂਰ ਕਰ ਲਓ, ਉਸ ਸਮੇਂ ਨਹੀਂ ਕੀਤਾ ਤੇ 1.5 ਮਹੀਨਾ ਲੋਕਾਂ ਨੂੰ ਠੰਡ 'ਚ ਸੜਕਾਂ 'ਚ ਬਿਠਾ ਕੇ 70 ਮੌਤਾਂ ਕਰਕੇ ਅੱਜ ਵੀ ਕਿਸੇ ਨਤੀਜੇ 'ਚ ਨਹੀਂ ਪਹੁੰਚੇ ਨੇ। ਇਹ ਸਾਫ਼ ਹੈ ਕਿ ਉਹਨਾਂ ਦਾ ਇਰਾਦਾ ਨਹੀਂ ਸੀ, ਜਿਹਦੇ ਕਰਕੇ ਪਿਛਲੇ ਮੀਟਿੰਗ 'ਚ ਕਿਹਾ ਕਿ ਅਦਾਲਤ 'ਚ ਚਲੇ ਜਾਓ। ਕੋਈ ਇਲੈਕਟਡ ਸਰਕਾਰ ਲੋਕਾਂ ਨੂੰ ਕਹੇ ਅਦਾਲਤ 'ਚ ਜਾਓ, ਇਹ ਸਾਫ਼ ਕਲੀਅਰ ਹੈਗਾ ਕਿ ਸਮੇਂ ਬਰਬਾਦ ਕਰਨ ਦਾ ਇਹਨਾਂ ਦਾ ਇਰਾਦਾ ਹੈ ਤੇ ਲੋਕਾਂ ਦੀ ਜਿਨ੍ਹਾਂ ਦੀ ਜਾਨਾਂ ਜਾ ਰਹੀ ਉਹਨਾਂ ਦੀ ਕੱਖ ਪਰਵਾਹ ਨਹੀਂ ਹੈਗੀ। ਇਸ ਤੋਂ ਹੋਰ ਦੁੱਖ ਦੀ ਗੱਲ ਕੀ ਹੋ ਸਕਦੀ ਹੈ। ਬੜਾ ਵੱਡਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਕੱਲ ਸੀਐਮ। ਦੇਖੋ, ਜਦ ਲੋਕੀ ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਕਰਨਾ ਇੱਕ ਡੈਮੋਕ੍ਰੈਟਿਕ ਰਾਈਟ ਹੁੰਦੀ ਹੈ, ਉਹਨੂੰ ਤੁਸੀਂ ਰੋਕ ਨਹੀਂ ਸਕਦੇ। ਉਹਨਾਂ ਦੇ ਉੱਤੇ ਕਾਨੂੰਨ ਥੋਪੇ ਜਾ ਰਹੇ ਨੇ ਜਿਹੜਾ ਉਹਨਾਂ ਤੋਂ ਬਿਨਾਂ ਪੁੱਛੇ ਬਣਾਏ ਗਏ ਨੇ, ਉਹਦਾ ਵਿਰੋਧ ਕਰਨਾ ਉਹਨਾਂ ਦਾ ਹੱਕ ਬਣਦਾ ਹੈ। ਇਸ ਹੱਕ ਨੂੰ ਜਦੋਂ ਅਦਾ ਕਰਦੇ ਤੁਸੀਂ ਉਹਨਾਂ ਦੇ ਉੱਤੇ ਪਾਣੀ ਦੀ ਬੌਛਾਰਾਂ ਤੇ ਅਥਰੂ ਗੈਸ ਸਿੱਟੋਗੇ, ਫਿਰ ਤੁਸੀਂ ਲੋਕਾਂ ਨੂੰ ਧੱਕ ਰਹੇ ਹੋ ਕਿ ਤੁਸੀਂ ਇੱਕ ਸ਼ਾਂਤਮਈ ਤਰੀਕੇ ਨਹੀਂ ਅਸ਼ਾਂਤੀ ਦੀ ਤਰਫ ਸਰਕਾਰ ਤੇ ਉਹ ਆਪਣੇ ਪੁਲਿਸ ਦੇ ਰਾਹੀਂ ਉਹਨਾਂ ਨੂੰ ਧੱਕ ਰਹੀ ਹੈ। ਅੱਜ ਮੈਂ ਆਹੀ ਬੇਨਤੀ ਕਰਾਂਗੀ ਕਿ ਇਹ ਸਰਕਾਰ ਦੇ ਜਿਹੜੇ ਇਰਾਦੇ ਨੇ ਉਹਨਾਂ ਨੂੰ ਕਾਮਯਾਬ ਹੋਣ, ਲੋਕੀ ਨਾ ਦੇਣ। ਬਹੁਤ ਵਧੀਆ ਤੇ ਬਹੁਤ ਵੱਡਾ ਸੰਘਰਸ਼ ਲੋਕਾਂ ਨੇ ਕੀਤਾ ਹੈਗਾ, ਦੁਨੀਆ ਭਰ 'ਚ ਇਹਦੀ ਸ਼ਲਾਘਾ ਹੋਈ ਹੈ। ਲੇਕਿਨ ਹੁਣ ਸਰਕਾਰ ਨੇ ਹਰ ਤਰ੍ਹਾਂ ਦੇ ਹੱਥਕੰਡੇ ਜਿਵੇਂ ਪਹਿਲੇ ਅਪਣਾਉਂਦੇ ਰਹੇ ਨੇ, ਹੁਣ ਇਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਲੋਕਾਂ ਨੂੰ ਇਸ ਸੰਘਰਸ਼ ਨੂੰ ਬਦਨਾਮ ਕਰਨ ਵਾਸਤੇ ਇਹੋ ਜਿਹੀ ਹਰਕਤਾਂ ਹੋਣ ਜਿਹਦੇ ਨਾਲ ਲੋਕਾਂ ਦੀ ਅੱਖਾਂ 'ਚ ਇਹ ਸੰਘਰਸ਼ ਸੰਘਰਸ਼ ਦੀ ਬਦਨਾਮੀ ਹੋਏ। ਜਿਹਦੇ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਸੰਘਰਸ਼ ਨੂੰ ਸ਼ਾਂਤਮਈ ਰੱਖਣਾ, ਜਿਹੜਾ ਤੁਸੀਂ ਤੁਹਾਡਾ ਇਹ ਅੰਦੋਲਨ ਰਿਹਾ ਬਹੁਤ ਵਧੀਆ ਰਿਹਾ, ਤੁਸੀਂ ਉਹਦੇ 'ਚ ਡਟੇ ਰਹੋ। ਉਧਰ ਹਰਿਆਣੇ ਦੇ ਵਿੱਚ ਪ੍ਰਦਰਸ਼ਨ ਕਰਦੇ ਕਿਸਾਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਸਖਤੀ ਵਰਤਦੇ ਹੋਏ ਹਲਕੇ ਲਾਠੀਚਾਰਜ ਦਾ ਪ੍ਰਯੋਗ ਕੀਤਾ ਗਿਆ, ਜਿਸ ਤੋਂ ਬਾਅਦ ਪੰਜਾਬ ਦੇ ਸਿਆਸਤਦਾਨਾਂ ਦੇ ਵੱਲੋਂ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ। ਇਸ ਦੇ ਉੱਤੇ ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਅਜਿਹਾ ਕੁਝ ਸਿਆਸਤ ਦੇ ਵਿੱਚ ਸਹੀ ਨਹੀਂ ਹੈ, ਕਿਉਂਕਿ ਲਗਾਤਾਰ ਭਾਜਪਾ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ। ਕੀ ਕੁਝ ਕਹਿ ਰਹੇ ਨੇ ਰਾਜकुमार वीरका, सुनते हैं। देखिए, मैं समझ रहा हूं कि ये किसानों के साथ साथ पूरे देश का गुस्सा है जो कि सड़कों पे नजर आ रहा है। 70 से ज्यादा किसान दम तोड़ चुके हैं और मुझे लगता है कि केंद्र की सरकार किसानों को बहुत हल्के से ले रही है। किसान आज मजबूर होकर के वो विरोध कर रहा है। जब किसान विरोध करता है उनके ऊपर लाठीचार्ज किया जा रहा है, उनके ऊपर पानी की बौछारें की जा रही है। जब दिल्ली में भी वो जा रहे थे तभी खट्टर साहब ने उनके खड्डे खोद दिए, सड़कों नेशनल हाईवे तोड़ दिया खुद और पानी की बौछारें की, लाठीचार्ज किया। मैं समझता हूं कि ये देश के लोगों का गुस्सा है और बीजेपी को अपने सभी कार्यक्रम रद्द कर देने चाहिए और किसानों को और भड़काना नहीं चाहिए और केंद्र सरकार को फौरी तौर पर किसानों की बातें मानते हुए देश के गुस्से को देखते हुए अपने काले कानून वापस लेने चाहिए। उधर आम आदमी पार्टी ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਰ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਫਿਰ ਤੋਂ ਵੱਡੇ ਇਲਜ਼ਾਮ ਲਗਾਏ ਗਏ ਨੇ। ਇਹਨਾਂ ਇਲਜ਼ਾਮਾਂ ਦੇ ਵਿੱਚ ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਦੇ ਮੁੱਖ ਮੰਤਰੀ ਤੱਕ ਕਰਾਰ ਦੇ ਦਿੱਤਾ। ਹੋਰ ਕੀ ਕੁਝ ਕਹਿ ਰਹੇ ਨੇ ਮੀਤ ਹੇਰ, ਉਹ ਵੀ ਵਿਸਥਾਰ ਦੇ ਨਾਲ ਸੁਣਦੇ ਹਾਂ। ਤੋਂ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੇ ਟਾਰਗੇਟ ਤੇ ਭਗਵੰਤ ਮਾਨ ਨੇ
ਕਿਉਂਕਿ ਅੱਜ ਸਾਰਾ ਪੰਜਾਬ ਜਾਣਦਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਮੁੱਖ ਮੰਤਰੀ ਨਹੀਂ, ਭਾਜਪਾ ਦੇ ਮੁੱਖ ਮੰਤਰੀ ਬਣ ਕੇ ਕੰਮ ਕਰ ਰਹੇ ਆ। ਸੋ ਮੁੱਖ ਮੰਤਰੀ ਸਾਹਿਬ ਜਿਹੜਾ ਨਾ ਤੁਸੀਂ ਰੋਜ਼ ਮਾਨ ਸਾਹਿਬ ਤੇ ਜਿਹੜਾ ਤੁਸੀਂ ਟਿੱਪਣੀਆਂ ਕਰਦੇ ਹੋ, ਸਾਰੇ ਲੋਕਾਂ ਨੂੰ ਪਤਾ ਹੈ ਕਿ ਜਿਹੜੇ ਇਹ ਕਿਸਾਨੀ ਜਿਹੜੇ ਇਹ 3 ਬਿੱਲ ਆਏ ਨੇ ਇਹਨਾਂ ਦੇ ਵਿੱਚ ਤੁਹਾਡੀ ਪਾਰਟੀ ਦਾ ਕੀ ਕਿਰਦਾਰ ਰਿਹਾ। ਸਾਰੇ ਲੋਕਾਂ ਨੂੰ ਪਤਾ ਹੈ ਕਿ ਤੁਸੀਂ ਇਹਨਾਂ ਨੂੰ ਲਿਆਉਣ ਵਾਲੀ ਹਾਈ ਪਾਵਰ ਕਮੇਟੀ ਦੇ ਮੈਂਬਰ ਸੀ। ਸਾਰੇ ਲੋਕਾਂ ਨੂੰ ਪਤਾ ਹੈ ਕਿ ਤੁਸੀਂ 3 ਮਹੀਨੇ ਇੱਕ ਵਿਧਾਨ ਸਭਾ ਦਾ ਡਰਾਮਾ ਕਰਕੇ ਕਿਵੇਂ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰਦੇ ਰਹੇ ਵੀ ਜੀ ਮੈਂ ਤਾਂ ਇਹ ਜਿਹੜੇ ਬਿੱਲ ਨੇ ਰੱਦ ਕਰਤੇ। ਤੁਸੀਂ ਜਗ੍ਹਾ ਤੇ ਜਿਹੜੇ ਆ ਪੰਜਾਬ 'ਚ ਪੋਸਟਰ ਲਵਾਤੇ ਵੀ ਕਿਸਾਨਾਂ ਦਾ ਰਾਖਾ ਕੈਪਟਨ ਅਮਰਿੰਦਰ ਸਿੰਘ, ਤੇ ਹੁਣ ਤੁਹਾਡੇ ਮੰਤਰੀ ਨੇ ਤੁਹਾਡਾ ਚਿਹਰਾ ਨੰਗਾ ਕਰਤਾ ਵੀ ਜੀ ਇਹ ਤਾਂ ਬਿੱਲ ਕਦੋਂ ਦੇ ਜਿਹੜੇ ਆ ਨੋਟੀਫਾਈ ਹੋ ਚੁੱਕੇ ਆ, ਇਹਨਾਂ ਨੂੰ ਪੰਜਾਬ ਦੇ ਵਿੱਚ ਨੋਟੀਫਿਕੇਸ਼ਨ ਦੀ ਕੋਈ ਜ਼ਰੂਰਤ ਨਹੀਂ, ਤਾਂ ਪੰਜਾਬ 'ਚ ਕਦੋਂ ਦੇ ਲਾਗੂ ਹੋ ਚੁੱਕੇ ਆ। ਸੋ ਤੁਸੀਂ ਅੱਜ ਬੀਜੇਪੀ ਦੇ ਮੁੱਖ ਮੰਤਰੀ ਬਣ ਕੇ ਕੰਮ ਨਾ ਕਰੋ, ਪੰਜਾਬ ਦੇ ਲੋਕਾਂ ਨਾਲ ਖੜੋ, ਕਿਸਾਨਾਂ ਨਾਲ ਖੜੋ, ਸਾਰੇ ਲੋਕਾਂ ਨੂੰ। ਬਾਕੀ ਤੁਹਾਡੇ ਜਿਹੜਾ ਨਾ ਅਸਲੀ ਕਿਰਦਾਰ ਦਾ ਲੋਕਾਂ ਨੂੰ ਪਤਾ, ਤੁਹਾਡੀ ਮਜਬੂਰੀ ਹੋ ਸਕਦੀ ਹੈ ਭਾਜਪਾ ਦੇ ਵਿਰੁੱਧ ਨਾ ਬੋਲਣ ਦੀ। ਜਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰ ਰਹੇ ਹਾਂ, ਉਵੇਂ ਅਸੀਂ ਕਈ ਆਪਣੇ ਵਿਰਾਸਤੀ ਕੰਮਾਂ ਨੂੰ ਵੀ ਅਲੋਪ ਕਰ ਰਹੇ ਹਾਂ। ਡੋਰ ਬਣਾਉਣ ਦਾ ਕੰਮ ਵੀ ਇੱਕ ਅਜਿਹੀ ਕੰਮਾਂ ਦੇ ਵਿੱਚੋਂ ਹੈ ਜੋ ਕਿ ਸਾਡੀ ਵਿਰਾਸਤ ਦੇ ਨਾਲ ਜੁੜਿਆ ਹੋਇਆ ਹੈ ਤੇ ਸਾਡੇ ਵੱਡੇ ਤਿਉਹਾਰਾਂ ਦੇ ਵਿੱਚ ਇਸ ਦੀ ਸ਼ਮੂਲੀਅਤ ਮੰਨੀ ਜਾਂਦੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਈ ਜਗ੍ਹਾਵਾਂ ਦੇ ਉੱਤੇ ਲੋਹੜੀ ਅਤੇ ਬਸੰਤ ਪੰਚਮੀ ਦੇ ਮੌਕੇ ਦੇ ਉੱਤੇ ਪਤੰਗ ਚੜਾਏ ਜਾਂਦੇ ਨੇ ਤੇ ਇਸ ਮੌਕੇ ਦੇ ਉੱਤੇ ਇਸ ਡੋਰ ਦੀ ਵਰਤੋਂ ਹੁੰਦੀ ਸੀ। ਇਹ ਧਾਗੇ ਵਾਲੀ ਡੋਰ ਦਾ ਕਾਰੋਬਾਰ ਚਾਈਨਾ ਤੋਂ ਆਈ ਡੋਰ ਦੇ ਕਾਰਨ ਖਤਮ ਹੁੰਦਾ ਜਾ ਰਿਹਾ, ਜਿਸ ਕਰਕੇ ਇਹਨਾਂ ਵਪਾਰੀਆਂ ਦਾ ਕਹਿਣਾ ਹੈ ਕਿ ਅਸੀਂ ਦਿਹਾੜੀ ਕਰਨ ਦੇ ਲਈ ਮਜਬੂਰ ਹਾਂ ਕਿਉਂਕਿ ਸਾਡਾ ਕਾਰੋਬਾਰ ਅਲੋਪ ਹੋਣ ਦੇ ਕਿਨਾਰੇ ਦੇ ਉੱਤੇ ਪਹੁੰਚ ਚੁੱਕਿਆ। ਚਾਈਨਾ ਹੀ ਮੰਗਦਾ, ਜਿਹੜਾ ਕੋਈ ਮੰਗਦਾ ਸਾਡੇ ਕੋਲ ਵੀ ਆਣ ਕੇ। ਤੇ ਕੀ ਸਮਝਦੇ ਨਹੀਂ ਕਿ ਲੱਗਦਾ ਨਹੀਂ ਸਰਕਾਰ ਨੂੰ ਚਾਈਨਾ ਡੋਰ ਬੰਦ ਕਰਾਉਣੀ ਚਾਹੀਦੀ ਤਾਂ ਕਿ ਤੁਹਾਡਾ ਕੰਮ ਚੱਲ ਸਕੇ? ਚਾਈਨਾ ਹੁਣ ਬੰਦ ਕਰੇ ਤੇ ਤਾਂ ਹੈ ਨਾ ਸਰਕਾਰ ਬੰਦ ਕਰਦੀ ਨਹੀਂ ਚਾਈਨਾ। ਘੱਟ ਤੋਂ ਘੱਟ ਵੀ ਇੱਥੇ 100 ਅੱਡਾ ਲੱਗਦਾ ਸ਼ਹਿਰ ਦੇ ਆਲੇ ਦੁਆਲੇ, ਹੁਣ ਇੱਕ ਵੀ ਨਹੀਂ ਲੱਗਦਾ। ਜਿਉਂ ਇੱਥੋਂ ਚਾਟੀ ਮਿੰਟ ਤੋਂ ਚਾਲੂ ਹੁੰਦੇ ਸੀ ਅੱਡੇ ਤੇ ਹਿਸਾਬ ਲਾ ਲੋਹਗੜ੍ਹ, ਬੇਰੀ ਗੇਟ, ਲੋਹਰੀ ਗੇਟ, ਖਜ਼ਾਨੇ ਵਾਲ, ਹਾਥੀ ਗੇਟ, ਫਿਰ ਇੱਧਰ ਸਬਾਲਾ ਰੋਡ ਤੇ ਮਜੀਠਾ ਰੋਡ ਤੇ ਵੀ ਇੱਥੇ 5-7 ਅੱਡੇ ਲੱਗਦੇ ਗਗਨ ਫਿਲਮੇ ਦੇ ਲਾਗੇ, ਹੁਣ ਕੋਈ ਵੀ ਨਹੀਂ ਲੱਗਦਾ। ਕੀ ਲੱਗਦਾ ਨਹੀਂ ਸਰਕਾਰ ਨੂੰ ਬੰਦ ਕਰਾਉਣਾ ਚਾਹੀਦਾ, ਕੋਸ਼ਿਸ਼ ਕਰਨੀ ਚਾਹੀਦੀ ਤਾਂ ਜੋ ਰੋਟੀ ਚੱਲ ਸਕੇ ਤੁਹਾਡੀ? ਸਰਕਾਰ ਨੂੰ ਤੇ ਬੜਾ ਕਿਹਾ ਹੈ, ਸਰਕਾਰ ਨੂੰ ਤੇ ਉੱਥੇ ਜਾ ਕੇ ਇਕੱਠੇ ਹੋ ਕੇ ਬਹਾਲ ਗੇਟ ਜਾ ਕੇ ਕਹਿੰਦੇ ਰਹੇ ਆ, ਚਾਈਨਾ ਨੂੰ ਅੱਗ ਵੀ ਲਾਉਂਦੇ ਰਹੇ, ਬੜਾ ਕੁਝ ਕਰਦੇ ਰਹੇ ਆ, ਪਰ ਨਹੀਂ ਬੰਦ ਹੋਈ। ਫਿਰ ਰੋਜੀ ਰੋਟੀ ਕਿੱਦਾਂ ਚੱਲਦੀ ਘਰ ਦੀ ਹੁਣ ਇਹ ਦਿਹਾੜੀ ਧੱਪਾ ਹੀ ਕਰੀਦਾ। ਹੁਣ ਤੁਹਾਨੂੰ ਪਤਾ ਮਿਸਤਰੀਆਂ ਮਗਰ ਦਿਹਾੜੀ ਲੱਗ ਜੇ ਕਿਤੇ ਨਾ ਕਿਤੇ ਲਾ ਲਈਦੀ। ਪੰਜਾਬ ਅਤੇ ਪੰਜਾਬੀਆਂ ਦੇ ਨਾਲ ਜੁੜੀਆਂ ਖਾਸ ਖਬਰਾਂ ਦੇ ਵਿੱਚ ਹੁਣ ਤੱਕ ਦੇ ਲਈ ਬਸ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਵੱਡੀਆਂ ਗਤੀਵਿਧੀਆਂ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।